हाँ जी, सत श्री अकाल प्यारे विद्यार्थियों। प्यारे बच्चों, अज असी 9वीं क्लास की पाठ पुस्तक ਸਾਹਿਤਮਾਲਾ ਦੇ ਵਾਰਤਕ ਭਾਗ ਵਿੱਚ ਦਰਜ ਵਹਿਮੀ ਤਾਇਆ ਸੂਬਾ ਸਿੰਘ ਜੀ ਹੋਰਾਂ ਦਾ ਲਿਖਿਆ ਹੋਇਆ ਲੇਖ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਇਹ ਵਾਰਤਕ ਭਾਗ ਦੇ ਵਿੱਚ ਜਿਹੜਾ ਵਹਿਮੀ ਤਾਇਆ ਹੈ ਉਸ ਦੇ ਨਾਲ ਕਿਹੜੇ-ਕਿਹੜੇ ਜਿਹੜੇ ਵਹਿਮ ਨੇ ਉਹ ਜੁੜੇ ਹੋਏ ਨੇ। ਸੋ ਵਹਿਮੀ ਤਾਇਆ ਲੇਖ ਦਾ ਸਾਰ ਆ ਜਿਹੜਾ ਅਸੀਂ ਉਹਨੂੰ ਆਪਣੇ ਸ਼ਬਦਾਂ ਦੇ ਵਿੱਚ ਤੁਸੀਂ ਲਿਖ ਸਕਦੇ ਹੋ। ਅਤੇ ਆਓ ਉਹਨੂੰ ਸਮਝਦੇ ਹਾਂ ਕਿ ਵਹਿਮੀ ਤਾਇਆ ਜਿਹੜਾ ਵਾਰਤਕ ਲੇਖ ਹੈ ਉਹਦੇ ਵਿੱਚ ਕੀ ਕੁਝ ਵਹਿਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉੱਤਰ ਹੈ ਵਾਰਤਕ ਲੇਖ ਵਹਿਮੀ ਤਾਇਆ ਸਰਦਾਰ ਸੂਬਾ ਸਿੰਘ ਦੁਆਰਾ ਲਿਖਿਆ ਹੋਇਆ ਹੈ। ਇਸ ਲੇਖ ਵਿੱਚ ਲੇਖਕ ਇਹ ਦੱਸਣ ਦਾ ਯਤਨ ਕਰਦਾ ਹੈ ਕਿ ਕਈ ਲੋਕ ਸਾਰੀ ਉਮਰ ਹੀ ਵਹਿਮਾਂ ਭਰਮਾਂ ਵਿੱਚ ਫਸੇ ਰਹਿੰਦੇ ਹਨ। ਉਹ ਨਿੱਕੀ ਤੋਂ ਨਿੱਕੀ ਗੱਲ ਉੱਪਰ ਵਹਿਮ ਕਰਕੇ ਆਪਣੀ ਜ਼ਿੰਦਗੀ ਨੂੰ ਨੀਰਸ ਬਣਾ ਲੈਂਦੇ ਹਨ। ਨੀਰਸ ਤੋਂ ਭਾਵ ਨਿਰਾਸ਼ਾ ਭਰੀ। ਇਸ ਵਾਰਤਕ ਲੇਖ ਦਾ ਸੰਖੇਪ ਸਾਰ ਹੇਠ ਲਿਖੇ ਅਨੁਸਾਰ ਹੈ। ਵਧੇਰੇ ਵਹਿਮੀ ਹੋਣ ਕਰਕੇ ਸਾਰਾ ਮੁਹੱਲਾ ਤਾਇਆ ਮਨਸਾ ਰਾਮ ਨੂੰ ਵਹਿਮੀ ਤਾਇਆ ਆਖਦਾ ਹੈ। ਹੁਣ ਇਸ ਸਾਰ ਦਾ ਬੇਟਾ ਜਿਹੜਾ ਮੁੱਖ ਪਾਤਰ ਆ ਉਹਦਾ ਨਾਮ ਹੈ ਤਾਇਆ ਮਨਸਾ ਰਾਮ। ਤਾਏ ਨੂੰ ਸ਼ੁਰੂ ਤੋਂ ਹੀ ਵਹਿਮਾਂ ਨਾਲ ਬਹੁਤ ਪਿਆਰ ਹੈ। ਜਦੋਂ ਲੇਖਕ ਪਹਿਲੀ ਵਾਰ ਤਾਏ ਮਨਸਾ ਰਾਮ ਨੂੰ ਮਿਲਿਆ ਤਾਂ ਤਾਇਆ ਇੱਕ ਦੁਕਾਨ ਵਿੱਚ ਬੈਠਾ ਹੋਇਆ ਸੀ। ਉਸ ਦੇ ਸੱਜੇ ਹੱਥ ਦੀਆਂ ਉਂਗਲਾਂ ਦੇ ਪੋਟੇ ਖੱਬੇ ਹੱਥ ਦੀ ਨਬਜ਼ ਉੱਤੇ ਅਤੇ ਮੂੰਹ ਵਿੱਚ ਥਰਮਾਮੀਟਰ ਸੀ। ਹੁਣ ਦੇਖੋ ਪੋਜੀਸ਼ਨ ਤਾਇਆ ਜੀ ਕਿਸ ਤਰ੍ਹਾਂ ਬੈਠੇ ਸੀ, ਵੀ ਨਬਜ਼ ਫੜੀ ਬੈਠੇ ਸੀ, ਮੂੰਹ 'ਚ ਥਰਮਾਮੀਟਰ ਸੀ। ਤਾਏ ਨੂੰ ਵਹਿਮ ਸੀ ਕਿ ਉਸ ਨੂੰ ਬੁਖਾਰ ਹੈ, ਪਰ ਲੇਖਕ ਨੇ ਤਾਏ ਨੂੰ ਦੱਸਿਆ ਕਿ ਉਸ ਨੂੰ ਕੋਈ ਬੁਖਾਰ ਨਹੀਂ, ਬਸ ਐਵੇਂ ਵਹਿਮ ਹੀ ਹੈ। ਪਰ ਤਾਇਆ ਲੇਖਕ ਦੀ ਗੱਲ ਤੋਂ ਗੁੱਸੇ ਹੋ ਕੇ ਉਸ ਨੂੰ ਬੋਲਣ ਲੱਗ ਪਿਆ। ਇੱਕ ਵਾਰੀ ਤਾਏ ਮਨਸਾ ਰਾਮ ਨੂੰ ਇਹ ਵਹਿਮ ਲੱਗ ਗਿਆ ਸੀ। ਹੁਣ ਬੇਟਾ ਇਹਦੇ ਵਿੱਚ ਤਾਇਆ ਮਨਸਾ ਰਾਮ ਨੂੰ ਬਹੁਤ ਸਾਰੇ ਵਹਿਮ ਨੇ। ਆਓ ਉਹਨਾਂ ਵਹਿਮਾਂ ਨੂੰ ਡਿਟੇਲ 'ਚ ਜਾਣਦੇ ਹਾਂ। ਇੱਕ ਵਹਿਮ ਪਹਿਲਾ ਕੀ ਸੀ? ਇੱਕ ਵਾਰੀ ਤਾਏ ਮਨਸਾ ਰਾਮ ਨੂੰ ਇਹ ਵਹਿਮ ਲੱਗ ਗਿਆ ਸੀ ਕਿ ਬਿਮਾਰੀ ਦੇ ਕੀਟਾਣੂ ਹਰ ਇੱਕ ਦੇ ਸਰੀਰ ਨਾਲ ਜੁੜੇ ਰਹਿੰਦੇ ਹਨ। ਉਸ ਨੇ ਜਦੋਂ ਵੀ ਕਿਸੇ ਵਿਅਕਤੀ ਨੂੰ ਮਿਲਣਾ ਤਾਂ ਅੱਧਾ ਘੰਟਾ ਸਾਬਣ ਨਾਲ ਹੀ ਹੱਥ ਧੋਈ ਜਾਣੇ। ਜੇਕਰ ਕਿਸੇ ਵਿਅਕਤੀ ਨੇ ਉਸ ਦੇ ਮੰਜੇ ਜਾਂ ਕੁਰਸੀ ਉੱਪਰ ਬੈਠ ਕੇ ਚਲੇ ਜਾਣਾ ਤਾਂ ਤਾਏ ਨੇ ਮੰਜੇ ਉੱਪਰ ਵਿਛੀ ਚਾਦਰ ਨੂੰ ਗਰਮ ਪਾਣੀ ਨਾਲ ਧੋਣਾ, ਮੰਜੇ ਨੂੰ ਧੁੱਪੇ ਰੱਖ ਕੇ ਸੋਟੀਆਂ ਮਾਰਨੀਆਂ। ਮਤਲਬ ਕੀਟਾਣੂ ਵਾਲਾ ਵਹਿਮ ਤਾਇਆ ਜੀ ਦਾ ਪਹਿਲਾ ਵਹਿਮ ਆ। ਉਸ ਨੇ ਆਉਣ ਵਾਲਿਆਂ ਪ੍ਰਤੀ ਆਪਣਾ ਗਿਲਾ ਕਰਦਿਆਂ ਹੀ ਬੁੜਬੜਾਉਣਾ ਕਿ ਆਪਣੇ ਕੀਟਾਣੂ ਇੱਥੇ ਝਾੜ ਕੇ ਆਪ ਤੁਰਦੇ ਬਣੇ। ਮਤਲਬ ਮਨ 'ਚ ਵਹਿਮ ਸੀ ਕਿ ਕੋਈ ਵੀ ਵਿਅਕਤੀ ਜਦੋਂ ਉਹਦੇ ਨਾਲ ਬੈਠਦਾ ਉਹਦੇ ਘਰ ਆਉਂਦਾ ਵੀ ਇਹ ਕੀਟਾਣੂ ਛੱਡ ਗਿਆ ਇੱਥੇ। ਜੇ ਹੱਥ ਮਿਲਾ ਲੈਂਦਾ ਤਾਂ ਉਹਨੂੰ ਬਾਅਦ 'ਚ ਹੱਥਾਂ ਨੂੰ ਵਾਰ-ਵਾਰ ਧੋਈ ਜਾਂਦਾ ਸੀ। ਕੁਰਸੀ ਨੂੰ ਵੀ ਉਬਲਦੇ ਪਾਣੀ ਨਾਲ ਧੋ ਕੇ ਉਸ ਉੱਪਰ ਕਿਰਮਨਾਸ਼ਕ ਜਾਂ ਲਾ ਲਓ ਕੀਟਨਾਸ਼ਕ ਜਾਂ ਕੀਟਾਣੂਨਾਸ਼ਕ ਪਾਊਡਰ ਪਾਉਣਾ। ਕੁਰਸੀਆਂ ਨੂੰ ਵੀ ਗਰਮ ਪਾਣੀ ਨਾਲ ਧੋਂਦਾ ਵੀ ਜਦੋਂ ਕਿ ਆ ਕੇ ਉਹਨਾਂ ਦੇ ਘਰੋਂ ਚਲਾ ਜਾਂਦਾ ਸੀ। ਫਿਰ ਅਗਲਾ ਵਹਿਮ ਆ ਗਿਆ। ਇੱਕ ਵਾਰੀ ਤਾਏ ਮਨਸਾ ਰਾਮ ਦੇ ਕੋਲ ਗੁਆਂਢੀਆਂ ਦਾ ਇੱਕ ਬੱਚਾ ਖੇਡ ਰਿਹਾ ਸੀ। ਜਦੋਂ ਉਸ ਬੱਚੇ ਦੇ ਕਿਸੇ ਮੁਲਾਕਾਤੀ ਨੇ ਉਸ ਨੂੰ ਚੁੰਮਿਆ ਤਾਂ ਤਾਏ ਨੇ ਉਸ ਬੱਚੇ ਨੂੰ ਫੜ ਕੇ ਸਾਬਣ ਲਾ ਕੇ ਉਸ ਨੂੰ ਰਗੜ ਸੁੱਟਿਆ। ਹੁਣ ਬੇਟਾ ਉਹਦੇ ਜਿੱਥੋਂ ਉਹਨੂੰ ਗੱਲ ਤੋਂ ਚੁੰਮਿਆ ਸੀ ਕਿਸੇ ਨੇ, ਉਹਨੂੰ ਹੋ ਗਿਆ ਕਿ ਤਾਂ ਕੀਟਾਣੂ ਲਾ ਗਿਆ। ਉਹ ਬੱਚੇ ਨੂੰ ਛੋਟੇ ਜਿਹੇ ਨੂੰ ਫੜ ਕੇ ਤਾਏ ਜੀ ਨੇ ਕੀ ਕੀਤਾ, ਗੱਲਾਂ ਅਤੇ ਕੰਨਾਂ ਵਿੱਚੋਂ ਖੂਨ ਨਿਕਲਣ ਲੱਗ ਪਿਆ। ਇੰਨਾ ਰਗੜਿਆ ਉਹਦੀ ਸਾਬਣ ਲਾ ਮੂੰਹ ਨੂੰ, ਕੰਨਾਂ ਨੂੰ, ਵੀ ਇੱਥੇ ਉਹ ਬੰਦੇ ਨੇ ਮੂੰਹ ਲਾਇਆ ਸੀ। ਜਦੋਂ ਬੱਚੇ ਦੇ ਚਾਚੇ ਤਾਏ ਲਾਠੀਆਂ ਚੁੱਕ ਕੇ ਆ ਗਏ ਅਤੇ ਉਸ ਨੂੰ ਇਸ ਹਰਕਤ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਤਾਂ ਉਸ ਨੂੰ ਕੀਟਾਣੂ ਰਹਿਤ ਕਰ ਰਿਹਾ ਸੀ, ਹੈ ਨਾ। ਮੈਂ ਤੇਰੇ ਕੀਟਾਣੂ ਲੈ ਰਿਹਾ ਸੀ, ਮੂੰਹ ਤੋਂ ਖੂਨ ਕੱਢਣ ਲਾ ਕਰਤਾ ਉਹਦੀ ਗੱਲਾਂ 'ਤੇ ਸਾਬਣ ਲਾ ਕੇ, ਕੰਨਾਂ ਨੂੰ ਧੋ ਕੇ। ਸੋ ਇਹ ਵਹਿਮੀ ਕਰੈਕਟਰ ਦੇ ਇਨਸਾਨ ਪਹਿਲਾਂ ਪਿੰਡਾਂ 'ਚ ਕਿਤੇ ਨਾ ਕਿਤੇ ਹੁੰਦੇ ਸੀ, ਅੱਜ ਵੀ ਕਿਤੇ ਨਾ ਕਿਤੇ ਹੁੰਦੇ ਨੇ। ਅਤੇ ਕਈ ਤੁਸੀਂ ਘਰਾਂ 'ਚ ਦੇਖਿਆ ਹੋਊਗਾ ਕਿਸੇ ਬੰਦੇ ਨੂੰ ਆਦਤ ਹੁੰਦੀ ਆ ਕੱਪੜੇ ਝਾੜਨ ਦੀ, ਕੋਈ ਆਪਣੇ ਹੱਥ ਵਾਰ-ਵਾਰ ਧੋਈ ਜਾਊ, ਕੋਈ ਨਹੁੰਾਂ ਨੂੰ ਸਾਫ਼ ਕਰੀ ਜਾਊ। ਸੋ ਇਹ ਬੇਟਾ ਮਾਨਸਿਕ ਬਿਮਾਰੀ ਤਾਂ ਨਹੀਂ ਅਸੀਂ ਇਹਨੂੰ ਕਹਿ ਸਕਦੇ, ਵੀ ਮਾਨਸਿਕ ਇੱਕ ਗੁੰਝਲ ਆ ਜਿਹੜੀ ਬੰਦੇ ਦੇ ਮਨ 'ਚ ਇੱਕ ਭਰਮ ਦੇ ਤੌਰ 'ਤੇ ਪੈ ਜਾਂਦੀ ਹੈ। ਉਹ ਬੰਦਾ ਉਸੇ ਤਰ੍ਹਾਂ ਦੀ ਹਰਕਤਾਂ ਕਰਦਾ ਰਹਿੰਦਾ। ਫਿਰ ਅਗਲਾ ਵਹਿਮ ਦੇਖੋ ਕੀ ਆ। ਤਾਏ ਮਨਸਾ ਰਾਮ ਦਾ ਇੱਕ ਵਹਿਮ ਮੱਠਾ ਪੈਂਦਾ
ਤਾਂ ਦੂਸਰਾ ਜ਼ੋਰ ਫੜ ਲੈਂਦਾ। ਉਹਦਾ ਇੱਕ ਵਹਿਮ ਮਾੜਾ ਮੋਟਾ ਹਾਲੇ ਠੀਕ ਹੁੰਦਾ, ਫਿਰ ਦੂਆ ਇੱਕ ਹੋਰ ਵਹਿਮ ਪਾਲ ਲੈਂਦਾ। ਜਿਵੇਂ ਇੱਕ ਦਿਨ ਤਾਏ ਦਾ ਪੈਰ ਕੁੱਤੇ ਦੀ ਪੂਛ ਉੱਪਰ ਰੱਖ ਹੋ ਗਿਆ। ਉਸ ਵਕਤ ਉਹ ਕਿਸ਼ਨੇ ਹਲਵਾਈ ਕੋਲ ਚਾਹ ਪੀ ਰਿਹਾ ਸੀ। ਕੁੱਤੇ ਦੀ ਪੂਛ 'ਤੇ ਪੈਰ ਰੱਖਿਆ ਗਿਆ। ਤਾਏ ਨੂੰ ਵਹਿਮ ਹੋ ਗਿਆ ਕਿ ਭਾਵੇਂ ਉਸ ਨੂੰ ਕੁੱਤੇ ਨੇ ਦੰਦ ਨਹੀਂ ਲਾਇਆ, ਪਰ ਇਸ ਜਾਨਵਰ ਦੀ ਹਵਾੜ ਵੀ ਤਾਂ ਮਾੜੀ ਹੈ। ਮਤਲਬ ਉਹਨੂੰ ਵਹਿਮ ਹੋ ਗਿਆ ਕਿ ਕੁੱਤੇ ਨੇ ਦੰਦ ਨਹੀਂ ਮਾਰਿਆ, ਬਟ ਇਹਦੀ ਜਿਹੜੀ ਹਵਾੜ ਆ, ਮੈਨੂੰ ਇਹਦੇ ਨਾਲ ਇਹ ਹਲਕਾ ਨਾ ਹੋ ਜੇ ਕਿਤੇ। ਅਤੇ ਅੱਜ ਕੱਲ੍ਹ ਦੇ ਕੁੱਤੇ ਦਾ ਦੰਦ ਲਾਏ ਬਿਨਾਂ ਵੀ ਕੱਟ ਲੈਂਦੇ ਨੇ। ਕਹਿੰਦਾ ਅੱਜ ਕੱਲ੍ਹ ਦੇ ਕੁੱਤੇ ਤਾਂ ਇਹੋ ਜਿਹੇ ਨੇ ਵੀ ਦੰਦ ਲਾਏ ਬਗੈਰ ਕੱਟ ਲੈਂਦੇ ਨੇ। ਦੇਖੋ ਕੈਸਾ ਹਾਸੇ ਮਜ਼ਾਕ ਵਾਲਾ ਮਤਲਬ ਇਹ ਚੈਪਟਰ ਆ ਬੇਟਾ। ਅਤੇ ਉਹ ਡਰ ਜਾਂਦਾ। ਇਸੇ ਵਹਿਮ ਦਾ ਸ਼ਿਕਾਰ ਹੋ ਕੇ ਤਾਈ ਨੇ ਬੱਖੀ ਵਿੱਚ 14 ਟੀਕੇ ਲਗਵਾਏ। ਵੱਢਿਆ ਨਹੀਂ ਕੁੱਤੇ ਨੇ, ਕਹਿੰਦਾ ਇਹਦੀ ਹੌਂਕ ਨਾਲ ਮੈਂ ਕਿਤੇ ਹਲਕ ਨਾ ਜਾਵਾਂ ਮੇਰੇ, ਕਹਿੰਦਾ ਜੀ 14 ਟੀਕੇ ਲਾ ਦਿਓ। ਹੁਣ ਬੱਖੀ 'ਚ 14 ਟੀਕੇ ਲਵਾਏ ਆ ਵਹਿਮ ਦੇ ਚੱਕਰਾਂ 'ਚ। ਉਹ ਹਰ ਛੋਟੇ ਤੋਂ ਛੋਟੇ ਕੁੱਤੇ ਤੋਂ ਵੀ ਡਰਦਾ ਸੀ ਕਿ ਕਿਤੇ ਉਸ ਨੂੰ ਉਹ ਮੁੜ ਕੇ ਵੱਢ ਹੀ ਨਾ ਲਵੇ। ਸੋ ਕੁੱਤਿਆਂ ਪ੍ਰਤੀ ਉਹਦਾ ਜਿਹੜਾ ਇਹ ਵਹਿਮ ਆ ਅੱਗੇ ਵੱਧਦਾ। ਇਹਦੇ ਵਿੱਚ ਵੱਖੋ ਵੱਖਰੇ ਤਰ੍ਹਾਂ ਦੇ ਵਹਿਮ ਨੇ ਤਾਏ ਦੇ। ਇੱਕ ਦਿਨ, ਹੁਣ ਅਗਲੀ ਜਿਹੜੀ ਇਹਦੇ ਵਿੱਚ ਜੁੜਦੀ ਆ ਉਹਦੀ ਵਹਿਮ ਦੀ ਗੱਲਬਾਤ। ਇੱਕ ਦਿਨ ਤਾਇਆ ਮਨਸਾ ਰਾਮ ਅੱਧੀ ਰਾਤ ਨੂੰ ਲੇਖਕ ਦੇ ਘਰ ਪਹੁੰਚ ਗਿਆ। ਲੇਖਕ ਦੁਆਰਾ ਪੁੱਛਣ 'ਤੇ ਤਾਏ ਨੇ ਦੱਸਿਆ ਕਿ ਘੋੜਿਆਂ ਦੀ ਲਿੱਦ ਕਾਰਨ ਡਿੱਗਣ 'ਤੇ, ਹੁਣ ਘੋੜਿਆਂ ਦੀ ਲਿੱਦ ਦੇ ਉੱਪਰ ਡਿੱਗ ਗਿਆ ਅਤੇ ਉਸ ਦੇ ਗੋਡੇ ਦੀ ਚੱਪਣੀ ਟੁੱਟ ਗਈ ਹੈ। ਹੁਣ ਇਹ ਵੀ ਉਹਦਾ ਵਹਿਮ ਹੈ ਕਿ ਮੇਰੀ ਚੱਪਣੀ ਟੁੱਟ ਗਈ, ਘੋੜਿਆਂ ਦੀ ਲਿੱਦ 'ਤੇ ਡਿੱਗ ਗਿਆ ਸੀ। ਕਹਿੰਦਾ ਮੇਰੇ ਸੱਟ ਲੱਗੀ ਹੋਊ ਮਾੜੀ ਮੋਟੀ। ਕਹਿੰਦਾ ਟੈਟਨਸ ਦਾ ਟੀਕਾ ਲਗਵਾਉਣ ਲਈ ਉਹ ਡਾਕਟਰ ਦੇ ਘਰ ਰਾਤ ਨੂੰ ਹੀ ਪਹੁੰਚ ਗਏ। ਕਹਿੰਦਾ ਛੇਤੀ ਚੱਲ ਕਿ ਘੋੜਿਆਂ ਦੀ ਲਿੱਦ ਦੇ ਉੱਪਰ ਡਿੱਗ ਕੇ ਜਿਹੜੀ ਮੇਰੇ ਆ ਗੋਡੇ 'ਤੇ ਥੋੜ੍ਹੀ ਮੋਟੀ ਸੱਟ ਲੱਗੀ ਆ, ਮੈਨੂੰ ਲੱਗਦਾ ਕਿ ਮੈਨੂੰ ਟੈਟਨਸ ਨਾ ਹੋ ਜੇ। ਹੁਣ ਟੈਟਨਸ ਬੇਟਾ ਜੇ ਕਿਤੇ ਸਾਡੇ ਪੁਰਾਣਾ ਲੋਹਾ ਲੱਗ ਜੇ, ਜਰ ਵਾਲਾ ਲੋਹਾ ਲੱਗ ਜੇ, ਅਸੀਂ ਉੱਥੋਂ ਡਰਦੇ ਹਾਂ ਕਿ ਇਨਫੈਕਸ਼ਨ ਨਾ ਹੋ ਜੇ। ਇਹ ਕਹਿੰਦਾ ਮੈਨੂੰ ਲਿੱਦ ਦੇ ਉੱਪਰ ਡਿੱਗਣ ਨਾਲ, ਘੋੜੇ ਦੀ ਲਿੱਦ 'ਤੇ ਡਿੱਗਣ ਨਾਲ ਕਹਿੰਦਾ ਮੈਨੂੰ ਟੈਟਨਸ ਨਾ ਹੋ ਜੇ। ਇਹ ਲੇਖਕ ਦੇ ਘਰ ਰਾਤ ਨੂੰ ਆ ਗਿਆ ਤਾਇਆ। ਕਹਿੰਦਾ ਮੈਨੂੰ ਡਾਕਟਰ ਦੇ ਕੋਲ ਲੈ ਕੇ ਚੱਲ ਹੁਣੇ। ਅੱਧੀ ਰਾਤ ਨੂੰ ਬੜੀ ਮੁਸ਼ਕਲ ਨਾਲ ਇੱਕ ਡਾਕਟਰ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਤਾਏ ਨੇ ਟੀਕਾ ਲਗਾਇਆ। ਹੁਣ ਬੜੀ ਮੁਸ਼ਕਲ ਨਾਲ ਕਿਸੇ ਡਾਕਟਰ ਕੋਲ ਇਹਨੂੰ ਲੈ ਕੇ ਗਿਆ ਲੇਖਕ ਤਾਇਆ ਮਨਸਾ ਰਾਮ ਨੂੰ, ਅਤੇ ਬੜੀ ਮੁਸ਼ਕਲ ਨਾਲ, ਚਲੋ ਆਪਾਂ ਕਿਸੇ ਨੇ ਮਿਹਨਤ ਕਰਦੇ, ਰਾਤ ਨੂੰ ਗੇਟ ਖਲਵਾਇਆ ਲੇਖਕ ਨੇ। 60 ਰੁਪਏ ਰਾਤ ਜਗਾਈ ਦੀ ਖੇਚਲ। ਉਹ ਕਹਿੰਦੇ ਵੀ ਤੁਸੀਂ ਰਾਤ ਨੂੰ ਮੈਨੂੰ ਜਿਹੜਾ ਉਠਾਇਆ 60 ਰੁਪਏ ਦੇ ਦਿਓ, ਅਤੇ ਦਵਾਈ ਦੇ ਕੇ ਤਾਏ ਨੂੰ ਚੈਨ ਆਇਆ। ਹੁਣ 60 ਰੁਪਏ ਉਹਨੂੰ ਮਤਲਬ ਰਾਤ ਦੇ ਜਿਹੜੇ ਚਾਰਜਸ ਸੀਗੇ ਅਤੇ ਦਵਾਈ ਵਗੈਰਾ ਲੈ ਕੇ ਤਾਂ ਉਹ ਕਹਿੰਦਾ ਟਿਕਿਆ ਵੀ ਹਾਂ ਹੁਣ ਮੈਨੂੰ ਆਰਾਮ ਆ ਵੀ ਮੈਂ ਜਿਹੜਾ ਟੈਟਨਸ ਦਾ ਟੀਕਾ ਲਵਾਇਆ। ਹੁਣ ਦੇਖੋ ਕਿੱਡਾ ਹਾਸੋਹੀਣਾ ਵਹਿਮ ਹੈ ਤਾਇਆ ਮਨਸਾ ਰਾਮ ਦਾ ਕਿ ਕਿਤੇ ਮੈਨੂੰ ਜਿਹੜੀ ਟੈਟਨਸ ਘੋੜੇ ਦੀ ਲਿੱਦ ਦੇ ਉੱਪਰ ਡਿੱਗਣ ਨਾਲ ਹੋ ਰਹੀ ਆ, ਵੀ ਕਿਤੇ ਮੈਨੂੰ ਦੁਬਾਰਾ ਨਾ ਹੋ ਜੇ, ਇਹ ਕੋਈ ਬਿਮਾਰੀ ਨਾ ਹੋ ਜੇ ਜਾਂ ਟੈਟਨਸ ਨਾ ਹੋ ਜੇ। ਅੱਧੀ ਰਾਤ ਨੂੰ ਟੀਕਾ ਲਵਾ ਕੇ ਆਇਆ। ਤਾਏ ਦੇ ਨਿੱਕੇ ਮੋਟੇ ਵਹਿਮਾਂ ਦਾ ਤਾਂ ਕੋਈ ਅੰਤ ਨਹੀਂ। ਜੇਕਰ ਕਿਧਰੇ ਕੋਈ ਅਖਬਾਰ ਵਿੱਚ ਦੁਰਘਟਨਾ ਬਾਰੇ ਪੜ੍ਹ ਲੈਂਦਾ ਤਾਂ ਕਹਿੰਦਾ ਕਿ ਮੈਂ ਤਾਂ ਕਿਹਾ ਸੀ ਕਿ ਪਾਥੀਆਂ ਵਾਲਾ ਗੱਡਾ ਅੱਗਿਓਂ ਮਿਲਿਆ ਸੀ। ਕਹਿੰਦਾ ਮੈਂ ਵੀ ਜਦੋਂ ਲੰਘਿਆ ਸੀ ਨਾ, ਮੈਨੂੰ ਪਾਥੀਆਂ ਵਾਲਾ ਗੱਡਾ ਮਿਲਿਆ ਸੀ। ਉਸ ਨੂੰ ਕਿਹਾ ਸੀ ਕਿ ਸਫ਼ਰ 'ਤੇ ਨਾ ਜਾ, ਵੀ ਜਿਹੜਾ ਬੰਦਾ ਕੋਈ ਲੰਘ ਰਿਹਾ ਸੀ। ਪਤਾ ਨਹੀਂ ਉਹ ਬਚਿਆ ਵੀ ਹੋਣਾ ਕਿ ਨਹੀਂ, ਉਹੀ ਲੋਕਾਂ ਬਾਰੇ ਕਲਪਨਾ ਕਰਦਾ ਰਹਿੰਦਾ ਸੀ। ਉਸ ਨੂੰ ਇਹ ਵੀ ਵਹਿਮ ਸੀ ਕਿ ਹਾਦਸਾ ਕਿਤੇ ਵੀ ਹੋਇਆ ਹੋਵੇ, ਆਪਣੇ ਪਿੰਡ ਵਿੱਚੋਂ ਜਾਂ ਮੁਹੱਲੇਦਾਰਾਂ ਵਿੱਚੋਂ ਕੋਈ ਨਾ ਕੋਈ ਜ਼ਖਮੀ ਜ਼ਰੂਰ ਹੋਇਆ ਹੋਵੇਗਾ। ਹਾਦਸਾ ਚਾਹੇ ਕਿਤੇ ਹੋਇਆ ਹੁੰਦਾ, ਲੈ ਸਾਡੇ ਪਿੰਡ ਦਾ ਬੰਦਾ ਕੋਈ ਜ਼ਰੂਰ ਜ਼ਖਮੀ ਹੋਇਆ ਹੋ। ਇਹ ਵੀ ਉਹਦਾ ਵਹਿਮ ਸੀ। ਇਹ ਨਿੱਕੇ ਮੋਟੇ ਵਹਿਮ ਸੀ। ਮਨਸਾ ਰਾਮ ਸਰੀਰ ਪੱਖੋਂ ਤਕੜਾ ਹੈ ਅਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਪੋਤੇ ਪੋਤੀਆਂ ਸਭ ਕਹਿਣੇਕਾਰ ਹਨ, ਪਰ ਜਦੋਂ ਉਸ ਨੂੰ ਪੁੱਛਿਆ ਜਾਵੇ ਤਾਂ ਉਹ ਅੱਗਿਓਂ ਕਈ ਬਿਮਾਰੀਆਂ ਦੇ ਨਾਂ ਗਿਣਾ ਦਿੰਦਾ ਹੈ। ਵਹਿਮਾਂ ਭਰਮਾਂ ਬਾਰੇ ਜ਼ਿਕਰ ਕਰਦਾ ਰਹਿੰਦਾ ਹੈ। ਇੱਕ ਵਾਰੀ ਤਾਇਆ ਮਨਸਾ ਰਾਮ ਨੇ ਕਿਸੇ ਬੰਦੇ ਬਾਰੇ ਸੁਣ ਲਿਆ ਕਿ ਉਹ ਦਿਲ ਦੀ ਧੜਕਣ ਰੁਕਣ ਨਾਲ ਮਰ ਗਿਆ। ਹੁਣ ਇਹ 'ਤੇ ਕਿਤੇ ਸੁਣ ਲਿਆ ਵੀ ਭਾਈ ਹਾਰਟ ਫੇਲ ਹੋ ਜਾਂਦਾ, ਦਿਲ ਦੀ ਜੇ ਧੜਕਣ ਰੁਕ ਜੇ ਨਾ ਬੰਦਾ ਮਰ ਜਾਂਦਾ, ਇਹ ਕਿਤੋਂ ਉਹਨੇ ਸੁਣ ਲਿਆ। ਤਾਂ ਤਾਏ ਨੂੰ ਵੀ ਇਹ ਵਹਿਮ ਚਿੰਬੜ ਗਿਆ ਕਿ ਉਸ ਦਾ ਵੀ ਦਿਲ ਫੇਲ ਹੋਵੇਗਾ। ਉਸ ਨੇ ਲੇਖਕ ਨੂੰ ਕਿਹਾ ਕਿ ਉਹ ਉਸ ਨੂੰ ਸ਼ਹਿਰ ਕਿਸੇ ਚੰਗੇ ਜਿਹੇ ਡਾਕਟਰ ਨੂੰ ਦਿਖਾਵੇ। ਐਵੇਂ ਆਪ ਹੀ ਡਰ ਗਿਆ। ਕਹਿੰਦਾ ਉਹ ਕਹਿੰਦੇ ਨੇ ਕੋਈ ਬੰਦਾ ਮਰ ਗਿਆ ਦੀ, ਯਾਰ ਮੇਰਾ ਵੀ ਕਹਿੰਦਾ ਕਿਤੇ ਦਿਲ ਬਲੌਕ ਨਾ ਹੋ ਜੇ, ਰੁਕ ਨਾ ਜਾਵੇ, ਹਾਰਟ ਫੇਲ ਨਾ ਹੋ ਜੇ, ਕਿਤੇ ਮੈਂ ਮਰ ਨਾ ਜਾਵਾਂ। ਕਹਿੰਦਾ ਮੈਨੂੰ ਕਿਸੇ ਵਧੀਆ ਡਾਕਟਰ ਦੇ ਦਿਖਾ ਕੇ ਆ। ਫਿਰ ਇੱਕ ਵਹਿਮ ਹੋਰ। ਇੱਕ ਵਾਰੀ ਤਾਇਆ ਮਨਸਾ ਰਾਮ ਦੇ ਬਹੁਤ ਜ਼ਿਆਦਾ ਕਹਿਣ 'ਤੇ ਲੇਖਕ ਨੂੰ ਮਾਂਦਰੀ ਕੋਲ ਲੈ ਗਿਆ। ਹੁਣ ਕੋਈ ਜਿਵੇਂ ਅਸੀਂ ਪੁੱਛ ਗਿੱਛ ਵਾਲੇ ਬੰਦੇ ਕੋਲ ਵਗ ਜਾਂਦੇ ਹਾਂ, ਉਸ ਮਾਂਦਰੀ ਨੇ
जुड़ी हुई भीड़ सामने ताए ਵੱਲ इशारा करके कहा कि इस आदमी का सिर नहीं है। मांदरी कह लो या मदारी कह लो या कोई भी बंदा बेटा ऐसा जिहड़ा वहम भरम दूर करता या पाउंदा है, उन्हें कह दिता कि इस जिहड़ा व्यक्ति सामने खड़ा है भी इहदे सिर नहीं है। जदों उसने ताए कोलों इस बारे पूछा तो ताए ने भी कह दिता कि हाँ सिर नहीं है। देखो कैसी हासोहीणी गल है। चाहे तो कोई वहम भरम पाउण वाला जिवें असीं कहना कोई मतलब ये मान लो जिवें पुੱਛਿਆ देण वाला बंदा कह दे, ਜਾਂ ਜਿਵੇਂ कोई हासा मजाक कोई मदारी खेड कहंदा कहे भी तेरे एक हੱਥ नहीं हैगा, कहे हाँ मेरे है नहीं, दुनिया तो हੱਸੂਗੀ। ਉਹਨੂੰ ਕਹਿੰਦਾ तेरे सिर नहीं है, ਲੇਖਕ ਉਹ ਜਿਹੜਾ ਹੁਣ ਤਾਇਆ ਕਹਿੰਦਾ ਹਾਂ ਮੇਰੇ ਸਿਰ ਨਹੀਂ ਹੈਗਾ, ਉੱਥੇ ਮੰਨ ਲਿਆ। ਲੇਖਕ ਨੇ ਗੁੱਸੇ ਹੋ ਕੇ ਤਾਏ ਨੂੰ ਕਿਹਾ ਕਿ ਜੇਕਰ ਉਸ ਦਾ ਸਿਰ ਨਹੀਂ ਹੈ ਤਾਂ ਉਸ ਨੇ ਪੱਗ ਕਿੱਥੇ ਬੰਨੀ ਹੋਈ ਆ। ਕਹਿੰਦਾ ਤਾਇਆ ਜੇ ਤੇਰੇ ਸਿਰ ਨਹੀਂ ਪੱਗ ਕਿੱਥੇ ਬੰਨੀ ਹੋਈ ਆ ਫਿਰ। ਇੱਕ ਦਿਨ ਤਾਇਆ ਮਨਸਾ ਰਾਮ ਲੇਖਕ ਕੋਲ ਆ ਕੇ ਕਹਿਣ ਲੱਗਾ ਕਿ ਉਹ ਉਸ ਨੂੰ ਕਿਧਰੇ ਹੋਰ ਲੈ ਚੱਲੇ। ਲੇਖਕ ਦੇ ਪੁੱਛਣ 'ਤੇ ਤਾਏ ਨੇ ਭਾਰੀ ਆਵਾਜ਼ ਵਿੱਚ ਕਿਹਾ ਕਿ ਉਸ ਦੀ ਜਾਨ ਨੂੰ ਖਤਰਾ ਹੈ। ਕਹਿੰਦਾ ਵੀ ਕਿਉਂ ਲੈ ਕੇ ਚੱਲਾਂ ਇੱਥੋਂ ਕਿਤੇ ਹੋਰ, ਕਿਉਂਕਿ ਕਹਿੰਦਾ ਗੁਆਂਢੀਆਂ ਨੇ ਸ਼ਿੰਗਾਰੂ ਹੋਰਾਂ ਨੇ, ਕਹਿੰਦਾ ਗੁਆਂਢੀਆਂ ਦੇ ਸ਼ਿੰਗਾਰੂ ਹੋਰਾਂ ਨੇ ਸਿੰਗ ਮਾਰਨ ਵਾਲੀ ਬੱਕਰੀ ਉਸ ਦੇ ਮਾਂਗਰ ਲਗਾਈ ਹੋਈ ਹੈ। ਕਹਿੰਦਾ ਬੱਕਰੀ ਲਈ ਮੇਰੇ ਮਾਂਗਰ ਲਾਤੇ ਉਹਨੇ, ਮਾਰੂ ਮੈਨੂੰ। ਉਸ ਦੇ ਸਿੰਗਾਂ ਨਾਲ ਉਹਨਾਂ ਨੇ ਛੁਰੀਆਂ ਵੀ ਬੰਨੀਆਂ ਹੋਈਆਂ ਨੇ। ਵਹਿਮ ਪਾ ਲਿਆ ਆਪਦੇ ਦਿਮਾਗ 'ਚ। ਪਰ ਲੇਖਕ ਦੇ ਲੱਖ ਵਾਰੀ ਸਮਝਾਉਣ ਦੇ ਬਾਵਜੂਦ ਵੀ ਤਾਇਆ ਨਹੀਂ ਮੰਨਿਆ, ਕਿਉਂਕਿ ਵਹਿਮ ਦੀ ਬਿਮਾਰੀ ਦਾ ਇਲਾਜ ਕੋਈ ਨਹੀਂ ਕਰ ਸਕਦਾ। ਸੋ ਇਹ ਬੇਟਾ ਜਿਹੜਾ ਸਾਰ ਹੈ ਇਹਦੇ ਵਿੱਚ ਅਸੀਂ ਇਹੀ ਗੱਲ ਸਮਝਦੇ ਹਾਂ ਕਿ ਜਿਹੜਾ ਵਹਿਮ ਦਾ ਕੋਈ ਇਲਾਜ ਨਹੀਂ। ਸੋ ਆਓ ਇਸ ਚੈਪਟਰ ਦੇ ਰਿਗਾਰਡਿੰਗ ਜਿਹੜੇ ਹੋਰ ਪ੍ਰਸ਼ਨ ਉੱਤਰ ਨੇ ਉਹਨੂੰ ਅਸੀਂ ਅਗਲੇ ਭਾਗ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਇਹ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਤਾਇਆ ਮਨਸਾ ਰਾਮ ਜਿਹੜਾ ਵਹਿਮੀ ਤਾਇਆ, ਇਸ ਪੂਰੇ ਸਾਰ ਦੇ ਆਧਾਰ ਦੇ ਉੱਪਰ ਅਸੀਂ ਜਿਹੜੇ ਇਸ ਲੇਖ ਵਹਿਮੀ ਤਾਇਆ ਮਨਸਾ ਰਾਮ ਦੇ ਪ੍ਰਸ਼ਨ ਉੱਤਰ ਨੇ ਆਓ ਉਹਨਾਂ ਬਾਰੇ ਵਿਚਾਰ ਚਰਚਾ ਕਰਦੇ ਹਾਂ। ਜਿਵੇਂ ਕਿ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਕਿ ਵਹਿਮੀ ਤਾਇਆ ਲੇਖ ਲਿਖਣ ਦਾ ਕੀ ਉਪਦੇਸ਼ ਹੈ ਜਾਂ ਕੀ ਉਦੇਸ਼ ਹੈ, ਸੰਖੇਪ ਤੇ ਢੁਕਵਾਂ ਉੱਤਰ ਦਿਓ। ਉੱਤਰ ਹੈ ਵਹਿਮੀ ਤਾਇਆ ਲੇਖ ਲਿਖਣ ਦਾ ਉਦੇਸ਼ ਇਹ ਸਮਝਾਉਣਾ ਹੈ ਕਿ ਵਹਿਮ ਸਾਡੀ ਮਾਨਸਿਕ ਅਵਸਥਾ ਨਾਲ ਜੁੜੀ ਇੱਕ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ ਹੁੰਦਾ। ਬਹੁ ਗਿਣਤੀ ਵਹਿਮ ਅਜਿਹੇ ਹੁੰਦੇ ਹਨ ਜੋ ਕਦੇ ਵਾਪਰਦੇ ਨਹੀਂ, ਪਰ ਅਸੀਂ ਫਿਰ ਵੀ ਉਹਨਾਂ ਵਿੱਚ ਫਸ ਕੇ ਆਪਣਾ ਕੀਮਤੀ ਸਮਾਂ ਨਸ਼ਟ ਕਰ ਲੈਂਦੇ ਹਾਂ। ਵਹਿਮੀ ਆਦਮੀ ਨੂੰ ਸਮਝਾਇਆ ਨਹੀਂ ਜਾ ਸਕਦਾ, ਉਸ ਦੇ ਅੰਦਰ ਇੱਕ ਤੋਂ ਬਾਅਦ ਇੱਕ ਲਗਾਤਾਰ ਵਹਿਮ ਉਪਜਦੇ ਰਹਿੰਦੇ ਹਨ। ਸਾਨੂੰ ਵਹਿਮੀ ਆਦਮੀ ਤੋਂ ਦੂਰ ਰਹਿਣਾ ਚਾਹੀਦਾ। ਇਹ ਬੇਟਾ ਜਿਹੜਾ ਲੇਖ ਆ ਤੁਹਾਨੂੰ ਤਾਂ ਲਾਇਆ ਗਿਆ ਕਿ ਵਹਿਮ ਦਾ ਕੋਈ ਇਲਾਜ ਨਹੀਂ। ਸੋ ਇਹਦੇ ਵਿੱਚ ਜਿਹੜਾ ਤਾਇਆ ਮਨਸਾ ਰਾਮ ਆ ਉਹਨੂੰ ਅਨੇਕਾਂ ਪ੍ਰਕਾਰ ਦੇ ਵਹਿਮ ਨੇ। ਆਖਰ ਦੇ ਉੱਪਰ ਲੇਖਕ ਵੀ ਇਹ ਗੱਲ ਕਹਿ ਕੇ ਚੁੱਪ ਕਰ ਜਾਂਦਾ ਕਿ ਵਹਿਮ ਦਾ ਕੋਈ ਇਲਾਜ ਨਹੀਂ, ਇਹ ਸਾਡੀ ਮਾਨਸਿਕ ਬਿਮਾਰੀ ਹੁੰਦੀ ਹੈ ਬੇਟਾ ਵਹਿਮ। ਸਾਡੇ ਮਨ 'ਚ ਵੀ ਬਹੁਤ ਸਾਰੇ ਵਹਿਮ ਹੋਣੇ, ਕਦੇ ਸੋਚ ਕੇ ਦੇਖੋ ਤੁਸੀਂ ਵੀ ਬਹੁਤ ਸਾਰੇ ਵਹਿਮ ਕਰਦੇ ਹੋਵੋਗੇ। ਭਾਂਤ ਸਮਾਤੇ ਵੀ ਐਂ ਕਰੋ ਤਾਂ ਐਂ ਹੋ ਜਾਂਦਾ, ਜੇ ਐਂ ਨਾ ਕਰਨ ਤਾਂ ਮੈਂ ਸ਼ਾਇਦ ਐਂ ਹੋ ਜੂ। ਹਰੇਕ ਬੰਦੇ ਨੂੰ ਕੋਈ ਨਾ ਕੋਈ ਵਹਿਮ ਭਰਮ ਜ਼ਰੂਰ ਹੁੰਦਾ। ਤੁਸੀਂ ਵੀ ਸੋਚ ਕੇ ਦੇਖਣਾ ਕਿ ਤੁਸੀਂ ਕਿਹੜੇ ਕਿਹੜੇ ਵਹਿਮ ਕਰਦੇ ਹੋ। ਅਸਲ 'ਚ ਵਹਿਮ ਨਹੀਂ ਕਰਨੇ ਚਾਹੀਦੇ। ਪ੍ਰਸ਼ਨ ਨੰਬਰ 2, ਵਹਿਮੀਆਂ ਨਾਲ ਮੁਕਾਬਲਾ ਅਕਲ ਭੁੱਲ ਕਰੇਣ। ਵਹਿਮੀਆਂ ਨਾਲ ਮੁਕਾਬਲਾ ਕਿਉਂ ਨਹੀਂ ਕੀਤਾ ਜਾ ਸਕਦਾ, ਸੰਖੇਪ ਵਿੱਚ ਚਰਚਾ ਕਰੋ। ਜਿਹੜੇ ਬੰਦੇ ਨੂੰ ਬੇਟਾ ਵਹਿਮ ਹੈ ਉਹਦਾ ਤੁਸੀਂ ਵਹਿਮ ਦੂਰ ਹੀ ਨਹੀਂ ਕਰ ਸਕਦੇ। ਪਹਿਲੀ ਗੱਲ ਤਾਂ ਇਹ ਆ ਕਿ ਉਹਨਾਂ ਨਾਲ ਬਹਿਸ ਕਰਨੀ ਮੂਰਖਤਾ ਵਾਲੀ ਗੱਲ ਹੁੰਦੀ ਹੈ। ਇਸ ਕਥਨ ਦੇ ਅਨੁਸਾਰ ਸਿਆਣਾ ਆਦਮੀ ਭੁੱਲ ਕੇ ਵੀ ਵਹਿਮੀ ਆਦਮੀਆਂ ਨਾਲ ਉਹਨਾਂ ਦੇ ਵਹਿਮ ਹਟਾਉਣ ਦੇ ਮੁਕਾਬਲੇ ਵਿੱਚ ਨਹੀਂ ਪੈਂਦਾ। ਜੇ ਤੁਸੀਂ ਕਿਸੇ ਨੂੰ ਕਹੋ ਕਿ ਸਾਡੇ ਪਿੰਡ ਦੇ ਇਸ ਬੰਦੇ ਨੂੰ ਵਹਿਮ ਆ ਜੀ, ਉਹ ਐਂ ਕਰਕੇ ਐਂ ਕਰਦਾ ਰਹਿੰਦਾ, ਅਤੇ ਜਿਹੜਾ ਕੋਈ ਸਿਆਣਾ ਬੰਦਾ ਕਦੇ ਵੀ ਉਹਦਾ ਵਹਿਮ ਆਪਣੇ ਹਿਸਾਬ ਨਾਲ ਦੂਰ ਨਹੀਂ ਕਰੂ, ਕਿਉਂਕਿ ਉਹਨੂੰ ਪਤਾ ਕਿ ਇਹ ਤਾਂ ਹੈ ਹੀ ਵਹਿਮੀ ਬੰਦਾ। ਵਹਿਮ ਦਾ ਤਾਂ ਕੋਈ ਇਲਾਜ ਹੀ ਨਹੀਂ ਹੁੰਦਾ, ਕਿਉਂਕਿ ਵਹਿਮੀ ਆਦਮੀ ਵਹਿਮ ਦਾ ਪਿੱਛਾ ਆਸਾਨੀ ਨਾਲ ਨਹੀਂ ਛੱਡਦੇ। ਜੇਕਰ ਇੱਕ ਵਹਿਮ ਦੂਰ ਹੋ ਵੀ ਜਾਵੇ ਤਾਂ ਉਹ ਬਹੁਤ ਜਲਦੀ ਦੂਜਾ ਵਹਿਮ ਅਪਣਾ ਲੈਂਦੇ ਹਨ। ਵਹਿਮੀ ਆਦਮੀ ਆਪਣੇ ਵਹਿਮ ਨੂੰ ਛੱਡ ਕੇ ਕਿਸੇ ਦੀ ਵੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਹੁੰਦੇ। ਸਿਆਣਿਆਂ ਦਾ ਕਿਹਾ ਸਹੀ ਹੈ ਕਿ ਬਾਕੀ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ, ਪਰ ਵਹਿਮ ਦਾ ਕੋਈ ਇਲਾਜ ਨਹੀਂ ਹੈ। ਲੇਖਕ ਨੇ ਅਨੇਕਾਂ ਯਤਨ ਕਰਨ ਤੋਂ ਬਾਅਦ ਵੀ ਤਾਇਆ ਮਨਸਾ ਰਾਮ ਵਹਿਮਾਂ ਵਿੱਚੋਂ ਬਾਹਰ ਨਹੀਂ ਆਉਂਦਾ। ਹੁਣ ਲੇਖਕ ਨੇ ਇੰਨੇ ਤਰਲੇ ਮਿੰਨਤਾਂ ਕੀਤੀਆਂ, ਇੰਨੀਆਂ ਕੋਸ਼ਿਸ਼ਾਂ ਕਰੀਆਂ ਕਿ ਤਾਏ ਦੇ ਵਹਿਮ ਦੂਰ ਕਰ ਦਈਏ, ਬਟ ਤਾਇਆ ਇੱਕ ਵਹਿਮ ਛੱਡਦਾ ਸੀ ਅਤੇ ਦੂਸਰਾ
अपना लैंदा सी। बट बेटा ਜਿਹੜੇ ਜੇ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਮਨੋਰੋਗੀ ਜਿਹੜੇ ਡਾਕਟਰ ਨੇ ਬੇਟਾ ਉਹ 80 ਤੋਂ 90% ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਠੀਕ ਕਰ ਦਿੰਦੇ ਨੇ। ਉਹਨਾਂ ਦਾ ਇਲਾਜ ਆ ਕਾਉਂਸਲਿੰਗ। ਇੱਕ ਸੁਚੇਤ ਪੜ੍ਹੇ ਲਿਖੇ ਡਾਕਟਰ ਤੋਂ ਜਦੋਂ ਅਸੀਂ ਸਲਾਹ ਲੈਂਦੇ ਹਾਂ, ਕਾਉਂਸਲਿੰਗ ਲੈਂਦੇ ਹਾਂ ਬੇਟਾ, ਇਹ ਵਹਿਮਾਂ ਭਰਮਾਂ ਨੂੰ ਦੂਰ ਕੀਤਾ ਜਾ ਸਕਦਾ। ਸੋ ਅੱਜ ਦੇ ਸਮੇਂ 'ਚ ਇਹ ਨਹੀਂ ਕਿ ਨਹੀਂ ਹੋ ਸਕਦਾ, ਬਟ ਇਹ ਚੈਪਟਰ ਬੇਟਾ ਲਿਖਿਆ ਗਿਆ ਉਹਨਾਂ ਲੋਕਾਂ ਲਈ ਜੋ ਵਹਿਮ ਕਰਦੇ ਨੇ, ਉਹ ਜਿਵੇਂ ਕਿ ਤਾਇਆ ਮਨਸਾ ਰਾਮ ਆ। ਆਓ ਪ੍ਰਸ਼ਨ ਨੰਬਰ 3 ਦੇਖਦੇ ਹਾਂ। ਹੋਰ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਕੌਣ ਹਟਾਏ? ਇਸ ਕਥਨ ਦੇ ਪੱਖ ਜਾਂ ਵਿਰੋਧ ਵਿੱਚ ਦਲੀਲਾਂ ਦਿਓ। ਦੱਸੋ ਵੀ ਐਵੇਂ ਸਹੀ ਹੈ ਜਾਂ ਗਲਤ ਆ। ਆਪਣੀ ਦਲੀਲ ਹੱਕ 'ਚ ਵੀ ਦੇ ਸਕਦੇ ਹੋ, ਉਹਦੇ ਵਿਰੋਧ 'ਚ ਵੀ। ਉੱਤਰ ਹੈ, ਇਹ ਸਿਆਣੇ ਆਦਮੀਆਂ ਦਾ ਕਿਹਾ ਹੈ ਕਿ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਦਾ ਕੋਈ ਇਲਾਜ ਨਹੀਂ। ਜੇਕਰ ਤਾਇਆ ਮਨਸਾ ਰਾਮ ਦੇ ਸੰਬੰਧ ਵਿੱਚ ਵੇਖਿਆ ਜਾਵੇ ਤਾਂ ਇਹ ਗੱਲ ਬਿਲਕੁਲ ਸੱਚ ਸਾਬਤ ਹੁੰਦੀ ਹੈ। ਵਹਿਮੀ ਵਿਅਕਤੀ ਵਹਿਮਾਂ ਵਿੱਚ ਫਸ ਕੇ ਕਿਸੇ ਵੀ ਸਮਝਦਾਰ ਵਿਅਕਤੀ ਦੀ ਗੱਲ ਵੀ ਸਮਝ ਨਹੀਂ ਪਾਉਂਦਾ। ਮਤਲਬ ਜਿਹੜਾ ਵਹਿਮੀ ਵਿਅਕਤੀ ਆ, ਕੋਈ ਵੀ ਸਮਝਦਾਰ ਬੰਦਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੇ, ਉਹਦੀ ਗੱਲ ਨੂੰ ਸਮਝਦਾ ਹੀ ਨਹੀਂ, ਕਿਉਂਕਿ ਉਹ ਕਿਸੇ ਦੀ ਗੱਲ ਹੀ ਨਹੀਂ ਮੰਨਣ ਲਈ ਤਿਆਰ ਹੁੰਦਾ। ਹਰ ਸਮੇਂ ਉਹ ਵਹਿਮਾਂ ਦਾ ਪਿੱਛਾ ਨਹੀਂ ਛੱਡਦਾ। ਵਹਿਮ ਨੂੰ ਦੂਰ ਕਰਨ ਲਈ ਕੋਈ ਵੀ ਦਵਾਈ ਨਹੀਂ ਬਣੀ ਜਾਂ ਵਹਿਮ ਦੀ ਕੋਈ ਦਵਾਈ ਹੈ ਵੀ ਨਹੀਂ। ਸੋ ਬੇਟਾ ਇਹ ਅਸੀਂ ਮਤਲਬ ਇਸ ਉੱਤਰ ਨੂੰ ਇਹੀ ਕਹਾਂਗੇ ਕਿ ਜੇਕਰ ਕੋਈ ਸਮਝਦਾਰ ਬੰਦਾ ਕਿਸੇ ਵਹਿਮੀ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਤਾਂ ਉਹ ਵਹਿਮੀ ਆਪਣੇ ਮਨ 'ਚ ਜੋ ਉਹਦੇ ਵਹਿਮ ਪਾਲੇ ਹੋਏ ਨੇ ਉਹਨਾਂ 'ਤੇ ਹੀ ਧਿਆਨ ਦਿੰਦਾ, ਉਹਦੀ ਗੱਲ ਵੱਲ ਕੋਈ ਬਹੁਤਾ ਗੌਰ ਨਹੀਂ ਕਰਦਾ। ਇਸ ਕਰਕੇ ਕਹਿੰਦੇ ਭਾਈ ਵਹਿਮ ਦੀ ਦਵਾਈ ਕੋਈ ਨਹੀਂ। ਪ੍ਰਸ਼ਨ ਨੰਬਰ 4, ਇਸ ਲੇਖ ਵਿੱਚੋਂ ਤਾਇਆ ਮਨਸਾ ਰਾਮ ਦੇ ਕੁਝ ਦਿਲਚਸਪ ਵਹਿਮਾਂ ਦਾ ਜ਼ਿਕਰ ਸੰਖੇਪ ਵਿੱਚ ਕਰੋ। ਤਾਇਆ ਮਨਸਾ ਰਾਮ ਨੂੰ ਲੱਗਦਾ ਹੈ ਉਸ ਨੂੰ ਭੱਖ ਭਾਵ ਬੁਖਾਰ ਰਹਿੰਦਾ ਹੈ, ਇਹਦਾ ਵਹਿਮ ਹੈ, ਜਿਸ ਕਰਕੇ ਉਹ ਹਰ ਸਮੇਂ ਆਪਣੇ ਮੂੰਹ ਵਿੱਚ ਥਰਮਾਮੀਟਰ ਪਾਈ ਰੱਖਦਾ ਹੈ। ਪਹਿਲਾ ਵਹਿਮ ਆ ਗਿਆ। ਜਦੋਂ ਤਾਏ ਨੂੰ ਪਤਾ ਲੱਗਦਾ ਹੈ ਕਿ ਬੰਦਿਆਂ ਨਾਲ ਕੀਟਾਣੂ ਲੱਗੇ ਹੁੰਦੇ ਹਨ ਤਾਂ ਉਹ ਸਾਰਿਆਂ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੰਦਾ ਹੈ ਅਤੇ ਬਾਰ-ਬਾਰ ਸਾਬਣ ਨਾਲ ਹੱਥ ਧੋਂਦਾ ਹੈ। ਇਹ ਅਗਲਾ ਵਹਿਮ ਹੈ। ਅੱਗੇ ਵਹਿਮ ਦੀ ਗੱਲ ਕਰਦੇ ਹਾਂ। ਉਹ ਸਰੀਰ ਤੋਂ ਕੀਟਾਣੂਆਂ ਨੂੰ ਮਾਰਨ ਲਈ ਗੁਆਂਢੀਆਂ ਦੇ ਮੁੰਡੇ ਨੂੰ ਸਾਬਣ ਨਾਲ ਰਗੜ ਕੇ ਨਹਾਉਂਦਾ ਹੋਇਆ ਬੁਰਾ ਹਾਲ ਕਰ ਦਿੰਦਾ ਹੈ। ਇਹ ਉਹ ਅਗਲਾ ਵਹਿਮ। ਅੱਗੇ ਵਹਿਮ, ਉਹ ਕੁੱਤੇ ਦੇ ਸਿਰਫ ਭੌਂਕਣ ਕਰਕੇ ਹਵਾੜ ਨੂੰ ਹੀ ਮਾਰੂ ਦੱਸ ਕੇ ਟੀਕੇ ਲਗਵਾ ਆਉਂਦਾ 14, ਉਹ ਵੀ ਇਹਦਾ ਇੱਕ ਵਹਿਮ ਆ। ਅਗਲਾ ਵਹਿਮ, ਇਸ ਤੋਂ ਇਲਾਵਾ ਦਿਲ ਦੀ ਧੜਕਣ ਰੋਕਣ ਅਤੇ ਬੱਕਰੀ ਦੇ ਸਿੰਗਾਂ ਨਾਲ ਛੁਰੀਆਂ ਬੱਧੀਆਂ ਵਰਗੇ ਉਸ ਦੇ ਹੋਰ ਵੀ ਕਈ ਦਿਲਚਸਪ ਵਹਿਮ ਹਨ। ਸੋ ਇਹ ਸਨ ਬੇਟਾ ਤਾਇਆ ਜੀ ਦੇ ਜੋ ਵਹਿਮ ਸੀਗੇ ਉਹਨਾਂ ਨਾਲ ਸੰਬੰਧਿਤ ਥੋੜ੍ਹੇ ਵੱਡੇ ਪ੍ਰਸ਼ਨ ਉੱਤਰ। ਆਓ ਵਸਤੂਨਿਸ਼ਟ ਪ੍ਰਸ਼ਨਾਂ 'ਤੇ ਝਾਤ ਪਾਉਂਦੇ ਹਾਂ। ਵਹਿਮੀ ਤਾਇਆ ਲੇਖ ਦਾ ਲੇਖਕ ਕੌਣ ਹੈ? ਉੱਤਰ ਹੈ ਸੂਬਾ ਸਿੰਘ। ਵਹਿਮੀ ਤਾਇਆ ਲੇਖ ਵਿੱਚ ਕਿਹੜਾ ਪਾਤਰ ਵਹਿਮ ਦਾ ਜ਼ਿਕਰ ਹੈ, ਸ਼ਿਕਾਰ ਹੈ? ਵਹਿਮੀ ਤਾਇਆ ਲੇਖ ਵਿੱਚ ਕਿਹੜਾ ਪਾਤਰ? ਉਹ ਹੈ ਤਾਇਆ ਮਨਸਾ ਰਾਮ। ਪ੍ਰਸ਼ਨ ਨੰਬਰ 3, ਵਹਿਮੀ ਤਾਇਆ ਲੇਖ ਅਨੁਸਾਰ ਦੁਨੀਆ ਵਿੱਚ ਕਿਹੜੀ ਬਿਮਾਰੀ ਦਾ ਇਲਾਜ ਨਹੀਂ ਹੈ? ਉੱਤਰ ਹੈ ਵਹਿਮ ਦਾ। ਤਾਇਆ ਮਨਸਾ ਰਾਮ ਨੇ ਪਹਿਲੀ ਵਾਰ ਮਿਲਣ ਸਮੇਂ ਲੇਖਕ ਕੋਲ ਕਿਹੜੇ ਵਹਿਮ ਬਾਰੇ ਚਿੰਤਾ ਕੀਤੀ ਸੀ? ਉੱਤਰ ਸੀ ਮਾੜੀ ਮਾੜੀ ਭੱਖ ਰਹਿਣ ਦੀ, ਵੀ ਮੈਨੂੰ ਥੋੜ੍ਹਾ ਥੋੜ੍ਹਾ ਬੁਖਾਰ ਰਹਿੰਦਾ, ਮੇਰਾ ਪਿੰਡਾ ਗਰਮ ਰਹਿੰਦਾ। ਇਹ ਵਹਿਮ ਪਹਿਲੀ ਵਾਰੀ ਲੇਖਕ ਕੋਲੇ ਮਿਲਣਸਾਰ ਤਾਇਆ ਮਨਸਾ ਰਾਮ ਨੇ ਸਾਂਝਾ ਕੀਤਾ ਸੀ। ਪ੍ਰਸ਼ਨ ਨੰਬਰ 5, ਤਾਏ ਨੂੰ ਬੁਖਾਰ ਤੋਂ ਬਾਅਦ ਹੋਰ ਕਿਹੜਾ ਵਹਿਮ ਚਿੰਬੜ ਗਿਆ ਸੀ? ਕੀਟਾਣੂ ਚਿੰਬੜਨ ਵਾਲਾ, ਵੀ ਜੇ ਕੋਈ ਹੱਥ ਮਿਲਾਓ ਕੀਟਾਣੂ ਲਾ ਜਾਂਦਾ ਮੰਜੇ 'ਤੇ ਕੁਰਸੀ 'ਤੇ। ਸੋ ਇਹ ਕੀਟਾਣੂਆਂ ਵਾਲਾ ਵਹਿਮ ਸੀਗਾ ਅਗਲਾ। ਪ੍ਰਸ਼ਨ ਨੰਬਰ 6, ਹੱਟੀ ਵਿੱਚ ਬੈਠੇ ਤਾਏ ਦੇ ਮੂੰਹ ਵਿੱਚ ਕੀ ਪਾਇਆ ਹੋਇਆ ਸੀ? ਥਰਮਾਮੀਟਰ। ਜਦੋਂ ਉੱਥੇ ਬੈਠਾ ਸੀਗਾ ਉਹ ਨਬਜ਼ ਫੜੀ। ਪ੍ਰਸ਼ਨ ਨੰਬਰ 7, ਤਾਇਆ ਮਨਸਾ ਰਾਮ ਕਿਹੜੇ ਹਕੀਮ ਦਾ ਨਾਂ ਲੈਂਦਾ ਹੈ? ਕਰਤਾਰ ਚੰਦ ਦਾ। ਸੋ ਉੱਪਰ ਅਸੀਂ ਸਾਰ 'ਚ ਕਿਤੇ ਜ਼ਿਕਰ ਨਹੀਂ ਆਇਆ, ਬਟ ਜਦੋਂ ਚੈਪਟਰ ਪੜ੍ਹਾਂਗੇ ਉਦੋਂ ਜ਼ਰੂਰ ਤੁਸੀਂ ਇਹ ਚੀਜ਼ ਨੂੰ ਸਮਝੋਗੇ। ਪ੍ਰਸ਼ਨ ਨੰਬਰ 8, ਹਲਵਾਈ ਦੀ ਦੁਕਾਨ ਉੱਤੇ ਤਾਏ ਦਾ ਪੈਰ ਕਿਸ ਉੱਤੇ ਰੱਖਿਆ ਗਿਆ ਸੀ? ਕੁੱਤੇ ਦੀ ਪੂਛ ਉੱਤੇ। ਪ੍ਰਸ਼ਨ ਨੰਬਰ 9, ਤਾਇਆ ਮਨਸਾ ਰਾਮ ਨੇ ਕੁੱਤੇ ਦੇ ਦੰਦ ਮਾਰਨ ਦੇ ਵਹਿਮ ਵਿੱਚ ਕੀ ਕੀਤਾ? ਵੀ ਮੇਰੇ ਕੁੱਤੇ ਨੇ ਦੰਦ ਮਾਰੇ। 14 ਟੀਕੇ ਲਗਵਾ ਆਇਆ ਸੀ, ਆਪਣੀ ਬੱਖੀ 'ਚ 14 ਟੀਕੇ ਲਗਵਾ ਲਏ ਸੀ।
ਦਿਲ ਦੇ ਰੋਗ ਦਾ ਵਹਿਮ ਹੋਣ ਕਰਕੇ ਤਾਏ ਨੇ ਹੱਥ ਕਿੱਥੇ ਰੱਖਿਆ ਸੀ? ਸੱਜੀ ਬੱਖੀ ਤੇ। ਜਿਵੇਂ ਹੁਣ ਸਾਨੂੰ ਪਤਾ ਬੇਟਾ ਜਿਹੜਾ ਸਾਡਾ ਹਾਰਟ ਆ ਉਹ ਲੈਫਟ ਸਾਈਡ ਤੇ ਹੁੰਦਾ ਵੀ ਖੱਬੇ ਪਾਸੇ, ਤਾਂ ਇਹ ਸੱਜੇ ਪਾਸੇ ਹੱਥ ਰੱਖ ਕੇ ਲੇਖਕ ਨੂੰ ਕਹਿੰਦਾ ਮੇਰੇ ਤਾਂ ਦਿਲ ਨਹੀਂ ਹੈਗਾ, ਕਹਿੰਦਾ ਧੜਕ ਹੀ ਨਹੀਂ ਰਿਹਾ, ਮੈਂ ਮਰੂੰ, ਕਹਿੰਦਾ ਹੁਣ ਮੇਰਾ ਦਿਖਾ ਕੇ ਲਿਆ ਵੀ ਮੇਰੇ ਸੱਜੇ ਪਾਸੇ ਇੱਧਰ ਹੱਥ ਰੱਖ ਕੇ ਨਾ ਮੇਰੇ ਤਾਂ ਦਿਲ ਨਹੀਂ ਧੜਕ ਰਿਹਾ ਛਾਤੀ 'ਚ। ਸੋ ਇਸ ਤਰ੍ਹਾਂ ਦੇ ਜਿਹੜੇ ਵਹਿਮੀ ਕਿਰਦਾਰ ਹੁੰਦੇ ਨੇ, ਕਰੈਕਟਰ ਹੁੰਦੇ ਨੇ ਬੇਟਾ, ਟਾਵੇਂ ਟਾਵੇਂ ਪਿੰਡਾਂ ਦੇ ਵਿੱਚ ਐਸੇ ਇਨਸਾਨ ਅਜੇ ਵੀ ਮੌਜੂਦ ਹਨ, ਹੋ ਸਕਦੇ ਹਨ। ਸੋ ਤੁਹਾਡੇ ਲਾਗੇ ਵੀ ਕੋਈ ਨਾ ਕੋਈ ਬੰਦਾ ਇਸ ਤਰ੍ਹਾਂ ਦਾ ਹੋ ਸਕਦਾ। ਸੋ ਜਿਹੜਾ ਵੀ ਕੋਈ ਬੰਦਾ ਬੇਟਾ ਇਸ ਤਰ੍ਹਾਂ ਦਾ ਉਹ ਵਹਿਮੀ ਆ, ਉਹ ਤੁਸੀਂ ਇਹ ਸਮਝਣਾ ਕਿ ਇਹ ਵਹਿਮੀ ਤਾਇਆ ਜੋ ਅਸੀਂ ਚੈਪਟਰ ਪੜ੍ਹਿਆ ਉਹਦੇ ਨਾਲ ਸੰਬੰਧ ਰੱਖਦਾ ਇੱਕ ਕਰੈਕਟਰ ਆ, ਜਿਹੜਾ ਮਾਨਸਿਕ ਤੌਰ 'ਤੇ ਜੇ ਅਸੀਂ ਇਹਦਾ ਤੁਸੀਂ ਕੋਈ ਵਹਿਮ ਦੂਰ ਵੀ ਕਰੋਗੇ ਤਾਂ ਉਹਨੇ ਕੋਈ ਹੋਰ ਵਹਿਮ ਪਾ ਲੈਣਾ। ਸੋ ਜਿਹੜੇ ਵਹਿਮ ਨੇ ਬੇਟਾ ਸਮਾਜ ਦੇ ਵਿੱਚ ਤੁਹਾਨੂੰ ਸਾਨੂੰ ਨਹੀਂ ਕਰਨੇ ਚਾਹੀਦੇ। ਆਪਣੇ ਆਪ ਨੂੰ ਇੰਨਾ ਮਾਨਸਿਕ ਤੌਰ 'ਤੇ ਦਰੁਸਤ ਰੱਖਣਾ ਚਾਹੀਦਾ ਕਿ ਸਾਡੇ ਦਿਮਾਗ ਦੇ ਵਿੱਚ ਕੋਈ ਵਹਿਮ ਭਰਮ ਪਵੇ ਹੀ ਨਾ। ਵਹਿਮ ਤੋਂ ਭਾਵ ਹੁੰਦਾ ਤੁਹਾਨੂੰ ਕਿਸੇ ਚੀਜ਼ ਦਾ ਗਿਆਨ ਨਾ ਹੋਣਾ। ਸੋ ਜਿਹੜੇ ਗਿਆਨਵਾਨ ਵਿਅਕਤੀ ਨੇ, ਜੋ ਸਮਝਦਾਰ ਵਿਅਕਤੀ ਨੇ, ਉਹਨਾਂ ਨੂੰ ਕੋਈ ਵਹਿਮ ਨਹੀਂ ਹੁੰਦੇ। ਸੋ ਤੁਸੀਂ ਪੜ੍ਹੇ ਲਿਖੇ ਬੱਚੇ ਹੋ, ਸਮਾਜ ਦੇ ਵਿੱਚ ਤੁਸੀਂ ਜਾਣਾ, ਆਪਣੇ ਘਰ ਦੇ ਵਿੱਚੋਂ ਵੀ ਵਹਿਮਾਂ ਨੂੰ ਦੂਰ ਕਰਨਾ ਅਤੇ ਆਪਣੇ ਜੀਵਨ ਦੇ ਵਿੱਚੋਂ ਵੀ। ਸੋ ਵੱਧ ਤੋਂ ਵੱਧ ਨੌਲੇਜ ਲਓ, ਜਾਣਕਾਰੀ ਇਕੱਠੀ ਕਰੋ। ਜੇਕਰ ਤੁਹਾਡੇ ਜੀਵਨ ਦੇ ਵਿੱਚ ਕੋਈ ਵਹਿਮ ਹੈਗੇ ਵੀ ਨੇ ਤਾਂ ਉਹਨਾਂ ਨੂੰ ਜਾਣਕਾਰੀ ਇਕੱਠੀ ਕਰਕੇ ਸਮਝ ਕੇ ਦੂਰ ਕਰੋ। ਸੋ ਇਹ ਜਿਹੜਾ ਚੈਪਟਰ ਆ ਬੇਟਾ ਨਿਰੋਲ ਵਹਿਮਾਂ ਭਰਮਾਂ ਨੂੰ ਦੂਰ ਕਰਨ ਲਈ ਇਹ ਤੁਹਾਨੂੰ ਮੋਟੀਵੇਸ਼ਨ ਅਤੇ ਐਗਜ਼ਾਮਪਲਾਂ ਦਿੱਤੀਆਂ ਗਈਆਂ ਨੇ ਕਿ ਵਹਿਮੀ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ। ਸੋ ਉਮੀਦ ਕਰਦੇ ਹਾਂ ਸਾਰੇ ਬੱਚੇ ਇਸ ਚੈਪਟਰ ਤੋਂ ਕੁਛ ਅੱਛਾ ਸਿੱਖਣਗੇ ਅਤੇ ਭਵਿੱਖ ਵਿੱਚ ਕੁਝ ਨਵਾਂ ਸਿਰਜਣਗੇ। ਸੋ ਵਹਿਮੀ ਤਾਇਆ ਚੈਪਟਰ ਨਾਲ ਸੰਬੰਧਿਤ ਪ੍ਰਸ਼ਨ ਉੱਤਰਾਂ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ।